ਗਿਆਨੀ ਅਮੀਰ ਸਿੰਘ ਜੀ, ਵਾਈਸ ਚਾਂਸਲਰ ਸਾਹਿਬ, ਡਾਇਸ 'ਤੇ ਬੈਠੇ ਹੋਏ ਹੋਰ ਵਿਦਵਾਨ ਜਨੋ ਅਤੇ ਸਾਹਮਣੇ ਬੈਠੇ ਸੰਗਤੀ ਰੂਪ ਵਿੱਚ ਵਿਦਵਾਨ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਭਾਵਪੂਰਨ ਅਤੇ ਗਿਆਨਪੂਰਨ ਉਦਘਾਟਨੀ ਭਾਸ਼ਣ ਅਸੀਂ ਡਾਕਟਰ ਸਾਹਿਬ ਕੋਲੋਂ, ਡਾਕਟਰ ਜਸਪਾਲ ਸਿੰਘ ਜੀ ਕੋਲੋਂ ਸਰਵਣ ਕੀਤਾ ਹੈ। ਔਰ ਜਿਵੇਂ ਕਿ ਸਟੇਜ ਤੋਂ ਇਹ ਕਹਿ ਰਹੇ ਸੀਗੇ ਆਪਣੇ ਕਸ਼ਮੀਰ ਸਿੰਘ, ਉਹ ਗੱਲ ਬਿਲਕੁਲ ਸਹੀ ਹੈ ਕਿ ਡਾਕਟਰ ਸਾਹਿਬ ਦੀ ਗੁਰਬਾਣੀ ਦੇ ਵਿੱਚ ਡੂੰਘੀ ਅਧਿਐਨ ਬਿਰਤੀ ਅਤੇ ਉਸ ਦੇ ਅਨੁਸਾਰ ਆਚਰਣ ਵੀ ਜਿਹੜਾ ਹੈ ਉਹ ਬਿਲਕੁਲ ਕਿਸੇ ਕਿਸਮ ਦੀ ਅਟੈਸਟੇਸ਼ਨ ਦਾ ਮੁਹਤਾਜ ਨਹੀਂ ਹੈ। ਸਾਰੀ ਦੁਨੀਆ ਜਾਣਦੀ ਹੈ। ਬਹੁਤ ਹੀ ਕਮਾਲ ਦੀਆਂ ਗੱਲਾਂ ਆਪ ਜੀ ਨੇ ਦੱਸੀਆਂ। ਮੇਰੇ ਜਿੰਮੇ ਡਿਊਟੀ ਲਾਈ ਹੈ ਕਿ ਕੀ ਨੋਟ ਐਡਰੈਸ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਔਰ ਕੋਸ਼ਿਸ਼ ਕਰਾਂ ਇਹ ਦੱਸਣ ਦੀ ਕਿ ਹੋਰ ਧਰਮਾਂ ਦੇ ਵਿੱਚ ਅਤੇ ਸਿੱਖ ਧਰਮ ਦੇ ਵਿੱਚ ਖਾਸ ਤੌਰ 'ਤੇ ਗਿਆਨ ਦਾ ਸਰੂਪ ਜਿਹੜਾ ਹੈ ਉਹ ਕੀ ਹੈ। ਮੈਨੂੰ ਗੀਤਾ ਦੀ ਇੱਕ ਪੰਕਤੀ ਯਾਦ ਆਉਂਦੀ ਹੈ, ਗਿਆਨ ਅਗਨੀ ਸਰਵ ਕਰਮਾਣੀ ਭਸਮ ਸਾਧ ਕੁਰੂ। ਤੇ ਗਿਆਨ ਦੀ ਅੱਗ ਜਿਹੜੀ ਹੈ ਉਹ ਸਾਰੇ ਕਰਮਾਂ ਦਾ ਨਾਸ਼ ਕਰ ਦਿੰਦੀ ਹੈ। ਉਹ ਇੰਨੀ ਪ੍ਰਜਵਲਿਤ ਔਰ ਇੰਨੀ ਤੇਜ਼, ਉਹ ਜਿਸ ਤਰ੍ਹਾਂ ਕਿ ਉਦਾਹਰਣ ਦਿੱਤਾ ਕਬੀਰ ਜੀ ਦਾ, ਦੇਖੋ ਭਾਈ ਆਈ ਗਿਆਨ ਕੀ ਆਂਦੀ, ਸਭੇ ਉਡਾਨੀ ਭ੍ਰਮ ਕੀ ਟਾਟੀ, ਰਹੇ ਨਾ ਮਾਇਆ ਬਾਂधी। ਔਰ ਦੁਚਿੱਤੀ ਦੁਵਿਧਾ ਜੋ ਕੁਛ ਹੈ ਸਾਰਾ ਕੁਛ ਉਸ ਹਨੇਰੀ ਦੇ ਵਿੱਚ ਉੱਡ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਔਰ ਇੱਕ ਜਗ੍ਹਾ ਗੁਰੂ ਨਾਨਕ ਸਾਹਿਬ ਨੇ ਬੜਾ ਸੋਹਣਾ ਕਿਹਾ ਹੈ ਗਿਆਨ ਦੇ ਬਾਰੇ ਹੀ ਕਿ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਉਗਵੇ ਸੂਰ ਨਾ ਜਾਪੇ ਚੰਦ, ਜਹਾਂ ਗਿਆਨ ਪ੍ਰਗਾਸ ਅਗਿਆਨ ਮਿਟੰਤ। ਤੋ ਦੀਵਾ ਜਦੋਂ ਬਲਦਾ ਹੈ, ਐਕਚੁਅਲੀ ਹਨੇਰੇ ਨੂੰ ਜੇ ਦੂਰ ਕਰਨਾ ਹੈ ਤਾਂ ਹਨੇਰੇ ਨੂੰ ਲਾਠੀ ਡੰਡੇ ਨਾਲ ਕੁੱਟ ਕੇ ਨਹੀਂ ਭਜਾ ਸਕਦੇ ਅਸੀਂ। ਉਹਨੂੰ ਦੂਰ ਕਰਨ ਦਾ ਇੱਕੋ ਹੀ ਹੈ ਤਰੀਕਾ ਕਿ ਦੀਵਾ ਬਾਲ ਦਈਏ ਇੱਕ। ਅਤੇ ਗਿਆਨ ਦਾ ਦੀਵਾ ਜਦੋਂ ਬਲਦਾ ਹੈ ਅਤੇ ਫਿਰ ਅਗਿਆਨ ਜਿਹੜਾ ਹੈ ਉਹ ਆਪਣੇ ਆਪ ਹੀ ਸਮਾਪਤ ਹੋ ਜਾਂਦਾ ਹੈ। ਵੇਦ ਪਾਠ ਮਤ ਪਾਪਾਂ ਖਾਏ। ਹੁਣ ਵੇਦ ਲਫ਼ਜ਼ ਦਾ ਮਤਲਬ ਜਿੱਥੇ ਤੱਕ ਮੈਂ ਸਮਝਦਾ ਹਾਂ, ਵੇਦ ਲਫ਼ਜ਼ ਵਿਦ ਧਾਤੂ ਤੋਂ ਬਣਿਆ, ਜਿਹਦਾ ਮਤਲਬ ਹੈ ਜਾਣਨਾ, ਅਰਜ ਜਿਹੜੀ ਹੈ ਅੰਦਰ ਜਾਣਨ ਦੀ। ਔਰ ਉਹਨਾਂ ਹੀ ਜਾਣਨ ਦੀਆਂ ਅਰਜ਼ਿਸ ਨੂੰ ਡਿਫਰੈਂਟ ਤਰੀਕੇ ਦੇ ਨਾਲ ਜਦੋਂ ਕੰਪਾਈਲ ਕੀਤਾ ਗਿਆ ਹੈ ਅਤੇ ਉਹ ਸੰਹਿਤਾਵਾਂ ਨੇ, ਰਿਗ ਸੰਹਿਤਾ ਹੈ, ਯਜੁਰ ਸੰਹਿਤਾ ਹੈ, ਸਾਮ ਸੰਹਿਤਾ ਹੈ ਅਤੇ ਅਥਰਵ ਸੰਹਿਤਾ ਹੈ। ਤੋ ਵੇਦ ਇਹ ਜਦੋਂ ਮਤਲਬ ਜਾਣਨ ਦੀ ਜਿਗਿਆਸਾ ਜਦੋਂ ਪੈਦਾ ਹੋ ਜਾਂਦੀ ਹੈ ਅਤੇ ਫਿਰ ਅਸੀਂ ਔਰ ਨਿਰਮਲ ਮਨ ਦੇ ਨਾਲ ਜਦੋਂ ਅਸੀਂ ਇਹ ਕੋਸ਼ਿਸ਼ ਕਰਦੇ ਹਾਂ, ਯਤਨ ਕਰਦੇ ਹਾਂ, ਤਾਂ ਸਾਡੇ ਜਿਹੜੇ ਅੰਦਰ ਪਾਪ ਹਨ, ਜਿਹੜੇ ਸਾਡੇ ਅੰਦਰ ਕੁਵਿਚਾਰ ਹਨ, ਬੁਰੇ ਵਿਚਾਰ ਹਨ, ਉਹ ਆਪਣੇ ਆਪ ਹੀ ਖਤਮ ਹੋ ਜਾਂਦੇ ਹਨ ਅਤੇ ਸੂਰਜ ਉੱਗ ਪੈਂਦਾ ਅਤੇ ਚੰਦਰਮਾ ਜਿਹੜਾ ਉਹ ਡਾਊਨ ਹੋ ਜਾਂਦਾ। ਚੰਦਰਮਾ ਮਤਲਬ ਜੜਤਾ ਦੀ ਨਿਸ਼ਾਨੀ, ਠੰਡਕ ਦੀ ਨਿਸ਼ਾਨੀ, ਜਾਂ ਉਹ ਕਹਿ ਲਓ ਤੁਸੀਂ ਵੀ ਫਿਰ ਅੰਦਰੋਂ ਜਿਹੜੇ ਸਾਡੇ ਦਰਅਸਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਦੇਰ ਤੋਂ ਇੱਕਦਮ ਪ੍ਰਬੁੱਧ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਹੋਈਆਂ ਅਤੇ ਠੰਡੀਆਂ ਹੋਈਆਂ ਨੇ, ਉਹ ਸਮਾਪਤ ਹੋ ਜਾਂਦੀਆਂ ਨੇ ਸੂਰਜ ਦੇ ਉੱਗਣ ਦੇ ਨਾਲ ਹੀ, ਜਾਂ ਇਉਂ ਕਹਿ ਲਓ ਵੀ ਤੁਸੀਂ ਉਹਨਾਂ ਦੇ ਵਿੱਚ ਨਵੀਂ ਜਾਨ ਪੈ ਜਾਂਦੀ ਹੈ। ਅਤੇ ਜਹਾਂ ਗਿਆਨ ਪ੍ਰਕਾਸ਼ ਅਗਿਆਨ ਮਿਟੰਤ। तो
एक जगह होर पंक्ति बड़ी अच्छी आई है, तुर्क तरीकत जानिए हिंदू वेद पुराण, मन समझावन कारने कछुक पढ़िए ज्ञान। ਗਿਆਨ ਦਾ ਜਿਹੜਾ ਯੂਜ਼ ਹੈ ਉਹ ਦਰਅਸਲ ਆਪਣੇ ਮਨ ਨੂੰ ਹੀ ਸਮਝਾਉਣ ਵਾਸਤੇ, ਅਰ ਸਿੱਖਿਓ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣਤਾਉ ਚੁਰਾਉ। ਗੁਰੂ ਗੋਬਿੰਦ ਸਿੰਘ ਸਾਹਿਬ ਵੀ ਕਹਿੰਦੇ ਕਿ ਆਪਣੇ ਮਨ ਨੂੰ ਮੈਂ ਸਿੱਖਿਆ ਦਿਆਂ ਔਰ ਇਸੇ ਹੀ ਲਾਲਚ ਦੇ ਵਿੱਚ ਮੈਂ ਹੇ ਪ੍ਰਭੂ ਤੇਰਾ ਗੁਣਾਨਵਾਦ ਕਰਦਾ ਰਵਾਂ। ਤੋ ਇੱਥੇ ਵੀ ਉਹ ਗੱਲ ਹੈ ਕਿ मन समझावन कारने कछुक पढ़िए ज्ञान, लेकिन होया उल्टा है दरअसल हिंदुस्तान दे विच। मन नूं समझाउण वास्ते ज्ञान दा अर्जन जिहड़ा है या इकट्ठा करना उन्होंने या उन्होंने घोखना पड़चोलना वो ना हो के ज़्यादातर सारिਆਂ ਨੂੰ कोई स्वीपिंग स्टेटमेंट नहीं दी जा सकती, लेकिन ज़्यादातर लोगों को डराउण वास्ते या उन्होंने भजाउण वास्ते या उन्होंने फिर जिमें कि वीसी साहब दस ही रहे सन भई वाद विवाद दे विच, दरअसल साढ़े इत्थे इन्ने शास्त्रार्थ होए ने तो उन्होंने शास्त्रार्थ के पिछे बहुत ही जिहड़ी बिरती रही है वो बिरती ये नहीं रही है कि असी सुनिए समझिए किच सुनिए किच कहिए वाली गल दी बिरती नहीं रही। ज़्यादातर वो होए ने कि असी दूसरिਆਂ ਨੂੰ किस तरह हराउणा है। जिस तक मैं जानता हाँ कि शंकराचार्य जी तो वड्डा शास्त्रार्थ करने वाला हिंदुस्तान कोई पैदा नहीं होया, और उस व्यक्ति ने अपने ज्ञान दे अपनी नॉलेज दे बेस दे उत्ते दरअसल असी सारे जानने कि बुद्ध धर्म नूं इत्थों खदेड़ दिता। तो ज्ञान का यूज़ जिहड़ा है वो मतलब आम तौर पर ਜਦੋਂ शास्त्रार्थ वर्गी चीज़ या दिग्विजय वर्गी चीज़ ਜਦੋਂ ਆਉਂਦੀ ਹੈ ਸਾਹਮਣੇ ਤਾਂ ਫਿਰ ਨਿਸ਼ਚਿਤ ਇਹ ਹੁੰਦਾ ਹੈ ਕਿ ਬਈ ਅਸੀਂ ਆਪਣੀ ਹਉਮੈ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੱਠੇ ਪਾ ਰਹੇ ਹਾਂ। ਤੇ ਗਿਆਨ ਦਾ ਦਰਅਸਲ ਇਹ ਮਤਲਬ ਹੈ ਨਹੀਂ, ਔਰ ਗਿਆਨ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਨਹੀਂ ਮਤਲਬ ਵਰਤਿਆ ਜਾਣਾ ਚਾਹੀਦਾ। ਔਰ ਗੁਰੂ ਸਾਹਿਬ ਨੇ ਇੱਕ ਫਿਰ ਨਵੀਂ ਪਰੰਪਰਾ ਸ਼ੁਰੂ ਕੀਤੀ ਆ ਕੇ। इस तो पहला बुद्ध धर्म के भी दरअसल बहुत सीरीयस डिस्कशन और बड़ी क्लैरिटी के नाल विग्यानक ढंग के नाल जिहड़ा उन्हां दा द्वादश निदान है या जिहड़ा उन्हां दा दरअसल दूसरा जिहड़ा सच जदों बुद्ध नूं पता लगा, पहला सच तो वो ये मानते हैं कि बई सर्वम दुखम, सारे पासे दुख ही दुख है। तो दुख मतलब जिहदे कोल है वो भी दुखी है, जिहदे कोल नहीं है वो भी दुखी है। जिहदे को है वो इस करके दुखी है भी जो है किते खुश ना जाए, तो जिहदे कोल नहीं है वो भी दुखी है भी मेरे कोल है ही कुछ नहीं। तो दुख जिहड़ा है उन्हें कहा सर्वम दुखम, सारे पासे दुख ही दुख है। और दूसरे सच की उन्होंने खोज ये की, उन्होंने जी उन्होंने महसूस होया भी इसका कोई ना कोई कारण है। तो कारण जे है तो यदा मतलब है जे कारण नूं दूसरा उन्होंने यह है कि जे कारण नूं हटा दिता जाए तो अपने आप ही मतलब जिहड़ा साडा दुख है वो भी खत्म हो जाएगा। और इसे दे विच ही उन्होंने प्रतीत समुत्पाद की थ्योरी दी, काज एंड इफैक्ट की थ्योरी दी भी कारण जिहड़े है ने साडा क्यों मतलब ये आवागमन होंदा है, क्यों असी मरदे ते जिउंदे, क्यों मरदे ते जिउंदे रहने हैं और फिर पैदा होंदे रहने हैं। उसका उन्होंने बड़ा अच्छा मतलब 12 लिंक उन्होंने समझाए कि ये एक चेन है दरअसल एक्शन रिएक्शन दी। और इस चेन दे विचों जे एक कड़ी भी असी तोड़ दईए तो साडा फिर मतलब जिहड़ा है वो जरा मरण जिहड़ा है वो खत्म हो जाएगा, असी मुड़ के फिर सानू पैदा होने की लोड़ नहीं होएगी। वो मैं थोड़ा जिहा तुहानू दस्सण की कोशिश करदा हाँ। क्यों कहते हैं कि सब तो पहली गल तो है कि अविद्या साडा पीछा नहीं छड्डदी। लोअर नॉलेज जिन्हों क्या है मुंडक उपनिषद दे विच अपरा विद्या। देखो उपनिषद के भी जोड़े संत सन मुनि सन कि इन्ने बड़े बोल्ड सन, हो मैं हैरान रहना भी किदां उन्होंने इन्ने बोल्ड स्टेटमेंटां दित्तियां ने। मुंडक उपनिषद है वो कहा गया है
कि जिन्ना वेद वेदांग तारा विज्ञान एस्ट्रोनॉमी एस्ट्रोलॉजी ये जिन्नियां भी विद्या व्याकरण जिन्नियां भी विद्यावां ने ये सारा अपरा विद्या है, लोअर नॉलेज। तो फिर भाई अपर नॉलेज या हायर नॉलेज की है या परा विद्या की है? वो ये मानते हैं कि परा विद्या दरअसल योग राही जदों असी डायरैक्ट मतलब उस परमात्मा के नाल जुड़ते हाँ तो योग विद्या जिहड़ी है वो दरअसल परा विद्या है। ये उन्हां दी अंडरस्टैंडिंग सी। और असी सारे जानते हाँ कि हो सकता है गल ठीक भी हो, लेकिन योगियां ने फिर किदां किदां दे करतब दिखाने शुरू कर दिते ते किस तरह उन्होंने लोगों को डराउणा धमकाउणा शुरू कर दिता, दैट वी ऑल नो, सारे असी जानते, कोई बहुता दस्सण दी लोड़ नहीं। तो विद्या जिहड़ी है परा विद्या ते अपरा विद्या ये दो विद्यावां मन्नियां गईयां और उन्होंने अपरा विद्या नूं अविद्या भी कहिंदे ने। माया और अविद्या दे विच बड़ा फर्क जे। माया दे विच ये हुंदा है कि चीज़ है कुछ ते सानू दिस कुछ हो रही है, वो माया है। लेकिन अविद्या दे विच साडे सामने कंध है, जिद्दां मतलब कूड़ दी कंध है, सानू दिसदा ही कख नहीं। और असी जदों इस तरीके की मनोबिरती दे नाल ग्रस्त हो जाने हाँ तो फिर जिहड़ा है ਉਹਦਾ रिजल्ट ਜਿਹੜੇ ने फिर ਉਹੀ गल है जिवें डॉक्टर साहब ने भी दसिया भी वाद विवाद भी नहीं हुंदा, संवाद तो बिल्कुल नहीं हुंदा, तो फिर वितंडावाद ही हुंदा। और इहो ਜਿਹੇ वितंडावाद भी बहुत होए ने। ਲੱਖਾਂ बंदे जदों मारे जा रहे ने, यानी तैमूर आक्रमण कर रहा है, तैमूर ने जित लिया, दिल्ली नूं जित लिया, दिल्ली तक आ गया, 1 ਲੱਖ बंदा जिहड़ा सीगा वो मारिया गया। और मजे की गल है उन्हें नाल ही ये आर्डर कर दिता कि जिहदे कोल जिन्ने जिन्ने गुलाम ने ना, किसी को 10 ने, किसी को 20 ने, किसी को 50 ने, किसी को 100 ने, सवेर तक इन्हां सारियां नूं मार दिओ, कतल कर दिओ। जिहदे कोल जिहड़ा है वो आप कतल करे। तो जे वो कतल नहीं करता और जिहड़ा इनफॉर्म इनू आके करेगा, दरअसल उस बंदे की सारी प्रॉपर्टी का हकदार वो हो जाएगा तो उन्होंने मैं कतल करांगा। तो ये देखो मतलब एक अजीब किस्म की मैं समझदा भी ये भी किसी न किसी किस्म के ज्ञान तो ही चालत कोई थॉट रहा होएगा। तो जे इहो जे थॉट ही चलने ने आने ने तो फिर तो मैं समझदा भी इहो जे ज्ञान की कोई लोड़ लाड़ है नहीं। तो इत्थे हिंदुस्तान दे विच भारत दे विच बड़े अच्छे अच्छे ग्रंथ साढ़े कोल ने। बौद्ध धर्म एक अजिहा धर्म है, मैं समझदा मैं बड़ा हैरान भी होना है भी हिंदुस्तान कोई धर्म नहीं चल सकिया जिहड़ा आत्मा या परमात्मा नूं ना मन्ने। जैन धर्म परमात्मा नूं नहीं मानता लेकिन आत्मा नूं मानता है, वो भी धर्म बहुत चलिया। लेकिन बुद्ध धर्म एक ऐसा धर्म है जिहड़ा ना आत्मा नूं ना परमात्मा नूं, लेकिन फिर भी वो धर्म इन्ना चलिया कि हिंदुस्तान तो चल के वो मक्का मदीना तक मतलब ये धर्म जिहड़ा सी वो फैलिया होया सी। और तुसीं जाणदे जे भी थां थां ते फिर बुद्ध दीयां इन्नियां वड्डियां वड्डियां प्रतिमावां जिहड़ियां सी वो लाइयां होईयां सन, जिन्हां विचों कुछ एक नूं ते हुणे कोई साल 2 साल पहलां ही अफगानिस्तान दे विच डायनामाइट लगा के ते तोड़िया गया उन्हां मूर्तियां नूं। बुद्ध लफज तो ही बुत लफज आया है। तो जदों उधरों मतलब उठे ने लोग मारन वाले और जित्तां प्राप्त करने वाले, जिन्हों ने पहला स्पेन ते भी जित प्राप्त कर ली, अफ्रीका का अद्धा हिस्सा उपरला वो भी जित लिया उन्होंने, और यूरोप के कई कंट्री उन्होंने लैके फिर इधर नूं जदों रुख किया तो इस पासे वो जित्तां जितते 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 मतलब दरअसल बुद्ध धर्म इन्ना फैलिया होया सी कि वो बुद्ध नूं बुत लफज दे नाल समझते रहे भी ये बुत है। तो बुत शिकन वो बन गए, यानी जिथे जिथे बुत बनया, जिथे जिथे बोधी मिले उन्होंने बहुत ही कटावढ़ की और बहुत सारे लोगों का जिहड़ा जीवन सी उन्होंने लिया। तो वो भी डेफिनेटली किसी न किसी रूप में किसी ज्ञान तो ही चालित सन। भी दारुल
ਹਰਬ ਹੈ ਜਿਹੜਾ, ਉਹਨੂੰ ਸਾਰੇ ਨੂੰ ਅਸੀਂ ਦਾਰੁਲ ਇਸਲਾਮ ਆਪਣੇ ਵੱਲੋਂ ਤੇ ਉਹ ਪੁੰਨ ਦਾ ਕੰਮ ਕਰ ਰਹੇ ਨੇ, ਪਰ ਉਹ ਹੁਣ ਮਤਲਬ ਉਹਨਾਂ ਦੀ ਇੱਕ ਆਪਣੀ ਅੰਡਰਸਟੈਂਡਿੰਗ ਹੈ, ਇੱਕ ਆਪਣਾ ਲੈ ਕੇ, ਔਰ ਉਹ ਆਪਣੇ ਵੱਲੋਂ ਬਿਲਕੁਲ ਉਹ ਠੀਕ ਸਨ। ਔਰ ਉਹਨਾਂ ਨੇ ਇੱਥੇ ਆ ਕੇ ਫਿਰ ਤੁਸੀਂ ਜਾਣਦੇ ਹੀ ਇਹ ਸਾਰੇ ਵੀ ਸੈਂਕੜੇ ਸਾਲਾਂ ਤੱਕ 7 ਪੀੜ੍ਹੀਆਂ ਦੇ ਬਾਬਰ ਦੀ ਨੇ ਹੀ ਮਤਲਬ ਇੱਥੇ ਰਾਜ ਕੀਤਾ ਬੜੀ ਆਰਾਮ ਦੇ ਨਾਲ। ਔਰ ਉਸ ਤੋਂ ਪਹਿਲਾਂ ਜਿਹੜੀ ਸੀ ਦਿੱਲੀ ਸਲਤਨਤ, ਉਸਨੇ ਵੀ 300 350 ਸਾਲ ਉਹਨਾਂ ਨੇ ਪਹਿਲਾਂ ਰਾਜ ਕੀਤਾ। ਔਰ ਦਿੱਲੀ ਸਲਤਨਤ ਨਾਂ ਦੇ ਨਾਲ ਜਾਣੀ ਜਾਂਦੀ ਜਿਹੜੀ ਹਕੂਮਤ ਸੀ ਉਹ ਦਰਅਸਲ ਗੁਲਾਮਾਂ ਦੀ ਹਕੂਮਤ ਸੀ। ਮੁਹੰਮਦ ਗੋਰੀ ਜਦੋਂ ਜਿੱਤ ਕੇ ਗਿਆ ਇੱਥੋਂ ਤੇ ਉਹਨੇ ਆਪਣੇ ਗੁਲਾਮ ਕੁਤਬਦੀਨ ਐਬਕ ਨੂੰ ਇੱਥੋਂ ਦੀ ਵਾਗਡੋਰ ਸੰਭਾਲਦੀ ਵੀ ਚੱਲ ਹਿੰਦੁਸਤਾਨ ਤੈਨੂੰ ਦਿੱਤਾ। ਔਰ ਉਹ ਕੁਤਬਦੀਨ ਨੇ ਹੀ ਦਰਅਸਲ ਇਹ ਕੁਤਬ ਮੀਨਾਰ ਵਗੈਰਾ ਬਣਾਈ ਇੱਥੇ। ਔਰ ਉਸ ਤੋਂ ਬਾਅਦ ਫਿਰ ਉਹ 300 ਸਾਲ ਜਿਨ੍ਹਾਂ ਦੇ ਵਿੱਚ ਤੁਗਲਕ ਵੀ ਆਏ, ਖਿਲਜੀ ਵੀ ਆਏ, ਹੋਰ ਬਹੁਤ ਸਾਰੇ ਖਾਨਦਾਨ ਆਏ, ਸੈਯਦ ਵੀ ਆਏ, ਲੋਧੀ ਵੀ ਆਏ, ਉਹਨਾਂ ਸਾਰਿਆਂ ਨੇ 300-350 ਸਾਲ ਤੱਕ ਰਾਜ ਕੀਤਾ। ਤਾਂ ਉਹ ਵੀ ਕਿਸੇ ਨਾ ਕਿਸੇ ਮਤਲਬ ਮੋਟੀਵੇਸ਼ਨ ਤੋਂ, ਗਿਆਨ ਤੋਂ ਚਾਲਿਤ ਸਨ ਲੋਕ। ਔਰ ਉਹਨਾਂ 'ਚ ਐਸੀ ਗੱਲ ਨਹੀਂ ਹੈ, ਸੂਫੀ ਲੋਕ ਸਨ ਜਿਹੜੇ ਉਹ ਬਿਲਕੁਲ ਇੱਕਦਮ ਇਹਨਾਂ ਗੱਲਾਂ ਦੇ ਵਿਰੋਧ ਵਿੱਚ ਸਨ, ਔਰ ਉਹਨਾਂ ਨੇ ਆਪਣਾ ਬੜਾ ਕੰਮ ਕੀਤਾ। ਉਹਨਾਂ ਦੇ ਕੋਲ ਵੀ ਪਿੱਛੇ ਕੋਈ ਆਈਡੀਓਲੋਜੀ ਸੀ ਵੀ ਇਹ ਕਰ ਕੀ ਰਹੇ ਆਪਾਂ। ਤੋ ਗਿਆਨ ਦੀ ਜਿਹੜੀ ਗੱਲ ਹੈ ਦਰਅਸਲ ਆਉਂ ਲੱਗਦਾ ਮੈਨੂੰ ਵੀ ਇਹ ਬਿਲਕੁਲ ਇੰਡੀਵਿਜੂਅਲ ਥਿੰਕਿੰਗ ਦੇ ਤੌਰ 'ਤੇ ਕਿ ਇੱਕ ਵਿਅਕਤੀ ਦੀ ਇੰਡੀਵਿਜੂਅਲ ਥਿੰਕਿੰਗ ਕੀ ਹੈ, ਔਰ ਉਹ ਦਰਅਸਲ ਜੋ ਉਹਦੀ ਆਪਣੀ ਲਾਈਫ ਦੇ ਬਾਰੇ ਥਿੰਕਿੰਗ ਹੈ ਉਹ ਹੀ ਉਹਦੀ ਸਾਰੇ ਬ੍ਰਹਿਮੰਡ ਦੇ ਬਾਰੇ ਥਿੰਕਿੰਗ ਹੁੰਦੀ ਹੈ। ਔਰ ਉਹ ਉਸੇ ਗਿਆਨ ਤੋਂ ਉਹ ਚਾਲਿਤ ਹੁੰਦਾ ਹੈ ਅਤੇ ਉਸੇ ਦੇ ਹਿਸਾਬ ਨਾਲ ਹੀ ਉਹ ਮਾੜਾ ਜਾਂ ਚੰਗਾ ਕੰਮ ਜਿਹੜਾ ਹੈ ਉਹ ਕਰਦਾ ਹੈ। ਗੁਰਬਾਣੀ ਦੇ ਵਿੱਚ ਦਰਅਸਲ ਬੜਾ ਸੋਹਣਾ ਉਦਾਹਰਣ ਦਿੱਤਾ ਵਾਈਸ ਚਾਂਸਲਰ ਸਾਹਿਬ ਨੇ ਕਿ ਮੈਂ ਵੀ ਜਦੋਂ ਪੜ੍ਹ ਰਿਹਾ ਸਾਂ ਅਤੇ ਮੈਨੂੰ ਇਹ ਬੜਾ ਅਜੀਬ ਲੱਗਦਾ ਸੀ ਵੀ ਗੱਲ ਨੌਲੇਜ ਦੀ ਹੈ, ਗਿਆਨ ਦੀ ਹੈ, ਅਤੇ ਗਿਆਨ ਖੰਡ ਦੇ ਵਿੱਚ ਗਿਆਨ ਵਾਲੀ ਕਿਹੜੀ ਗੱਲ ਹੈ। ਸਿਰਫ ਗਿਣਾਇਆ ਹੀ ਆ ਨਾ ਵੀ ਇਹ ਹੈ, ਇਹ ਹੈ, ਇਹ ਹੈ। ਇੰਡੀਅਨ ਸਿਸਟਮ ਦੇ ਵਿੱਚ ਦਰਅਸਲ ਉਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਇਹ ਦੱਸਣਾ ਚਾਹੁੰਦਾ, ਇੰਡੀਅਨ ਸਿਸਟਮ ਦੇ ਵਿੱਚ ਐਪਿਸਟੀਮੋਲੋਜੀ ਜਾਂ ਗਿਆਨ ਪ੍ਰਾਪਤੀ ਦੇ 4 ਸਾਧਨ ਮੰਨੇ ਗਏ ਨੇ। ਪਹਿਲਾ ਤਾਂ ਹੈ ਪ੍ਰਤੱਖ ਗਿਆਨ, ਜੋ ਸਾਹਮਣੇ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ, ਸਾਨੂੰ ਪਤਾ ਲੱਗ ਰਿਹਾ ਹੈ ਕੀ ਹੈ, ਇੱਕ ਤਾਂ ਇਹ ਗਿਆਨ ਹੈ। ਦੂਸਰਾ ਗਿਆਨ ਹੈ ਜਿਹੜਾ ਉਹ ਅਨੁਮਾਨ ਦੇ ਹਿਸਾਬ ਨਾਲ ਅਸੀਂ ਲਾ ਰਹੇ ਹਾਂ, ਅਨੁਮਾਨ, ਅੰਦਾਜ਼ਾ। ਜਿੱਦਾਂ ਅਸੀਂ ਜਿੱਥੇ ਵੀ ਕਿਤੇ ਮਤਲਬ ਜਾਣਦੇ ਹਾਂ ਬਈ ਧੂਆਂ, ਅੱਗ ਜਦੋਂ ਬਲਦੀ ਹੈ ਅਤੇ ਧੂਆਂ ਨਿਕਲਦਾ ਹੈ, ਅਤੇ ਇਹਦਾ ਮਤਲਬ ਇਹ ਹੋਇਆ ਵੀ ਜਿੱਥੇ ਕਿਤੇ ਦੂਰ ਦੁਰੇਡੇ ਤੁਸੀਂ ਜਾ ਕੇ ਦੇਖੋ ਧੂਆਂ ਨਿਕਲ ਰਿਹਾ ਹੈ ਅਤੇ ਸਾਨੂੰ ਅਨੁਮਾਨ ਹੋ ਜਾਂਦਾ ਵੀ ਇੱਥੇ ਅੱਗ ਵੀ ਹੋਏਗੀ। ਤਾਂ ਇਹ ਵੀ ਇੱਕ ਗਿਆਨ ਦਾ ਸਾਧਨ ਸੀ, ਵੈਲਿਡ ਸੋਰਸ ਆਫ ਨੌਲੇਜ। ਤੀਸਰਾ ਜਿਹੜਾ ਸੀਗਾ ਉਹ ਸੀ ਕੰਪੈਰੀਜ਼ਨ, ਕਿ ਜਦੋਂ ਸਾਨੂੰ ਕੋਈ ਇਹੋ ਜਿਹੀ ਚੀਜ਼ ਦਿਸ ਪਏ ਜਿਹਨੂੰ ਅਸੀਂ ਕਦੀ ਪਹਿਲਾਂ ਨਾ ਦੇਖਿਆ ਹੋਵੇ, ਉਹਦਾ ਗਿਆਨ ਸਾਨੂੰ ਕਿੱਦਾਂ ਹੋਏਗਾ, ਕੀ ਹੋਏਗਾ। ਫਿਰ ਅਸੀਂ ਤੁਲਨਾ ਕਰਨ ਲੱਗ ਪੈਂਦੇ ਹਾਂ ਵੀ ਇਹਦੀ ਲੱਤ ਇੱਦਾਂ ਦੀ ਹੈ, ਇਹਦੀ ਧੌਣ ਇੱਦਾਂ ਦੀ ਹੈ, ਇਹਦੀ ਫਲਾਣੇ ਇੱਦਾਂ ਦੀ ਹੈ। ਜਿਸ ਤਰ੍ਹਾਂ ਨੀਲ ਗਾਏ ਦਾ ਉਦਾਹਰਣ ਦਿੰਦੇ ਨੇ ਫਿਲਾਸਫੀ ਦੇ ਵਿੱਚ ਕਿ ਨੀਲ ਗਾਏ ਨੂੰ ਇਹਦਾ ਰੰਗ ਨੀਲਾ ਹੈ, ਧੌਣ ਇਹਦੀ ਘੋੜੇ ਵਰਗੀ ਹੈ ਅਤੇ ਸਰੀਰ ਜਿਹੜਾ ਹੈ ਉਹ ਸਾਰਾ ਗਾਈ ਵਰਗਾ ਹੈ। ਇਹ ਕਿਹੜਾ ਜਾਨਵਰ ਹੈ? ਹੁਣ ਉਹਦਾ ਗਿਆਨ ਵਾਸਤੇ ਉਹਨਾਂ ਨੇ ਇੱਕ ਨਵਾਂ ਨਾਂ ਰੱਖ ਲਿਆ, ਉਹਦਾ ਨਾਂ ਨੀਲ ਗਾਏ। ਤੋ ਇੱਕ ਤਰੀਕਾ ਇਹ ਵੀ ਹੈ। ਜਿਹੜਾ ਸਭ ਤੋਂ ਵੱਡਾ ਤਰੀਕਾ ਇੰਡੀਅਨ ਸਿਸਟਮ ਦੇ ਵਿੱਚ ਮੰਨਿਆ ਜਾਂਦਾ ਹੈ ਔਰ ਬੜਾ ਕਾਰਗਰ ਵੀ ਹੈ ਕਿ ਆਪ ਵਚਨ, ਯਾਨੀ ਜੋ ਰਿਸ਼ੀਆਂ ਨੇ, ਜੋ ਵੇਦਾਂ ਦੇ ਵਿੱਚ ਜੋ ਵੀ ਵਚਨ ਆਏ ਹਨ ਭਾਈ, ਸਾਡੇ ਵਾਸਤੇ ਉਹ ਗਿਆਨ ਦਾ ਸਰੋਤ ਹਨ। ਉਹੋ ਹੀ ਸਾਨੂੰ ਮਤਲਬ ਉਹਨਾਂ ਤੋਂ ਹੀ ਸਾਨੂੰ ਗਿਆਨ ਪ੍ਰਾਪਤ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ। ਇਹ ਸਾਰੇ ਦੇ ਵਿੱਚ ਬਹੁਤ ਹੀ ਇੱਕ ਸੈਰੇਨਿਟੀ ਵਾਲੀ ਔਰ ਬੜੀ ਇੱਕ ਸੋਚ ਵਾਲੀ ਔਰ ਇਹ ਥਿੰਕਰਸ ਦੀ ਬੁੱਧੀ ਸੀ। ਗੁਰੂ ਨਾਨਕ ਸਾਹਿਬ ਨੇ ਜਿਸ ਵੇਲੇ ਉਹ ਗਿਆਨ ਖੰਡ ਦੀ ਗੱਲ ਕਰ ਰਹੇ ਨੇ, ਧਰਮ ਖੰਡ ਤੋਂ ਪਹਿਲਾਂ ਪਹਿਲੀ ਗੱਲ ਤਾਂ ਇਹ ਹੈ ਕਿ ਧਰਮ ਖੰਡ ਨੂੰ, ਧਰਮ ਨੂੰ ਸਮਝੇ ਬਿਨਾਂ ਗਿਆਨ ਹਾਸਲ ਨਹੀਂ ਹੋ ਸਕਦਾ। ਅਤੇ ਧਰਮ ਦਾ ਮਤਲਬ ਸਾਰਾ ਜਿਹੜਾ ਹੈ ਉਹ ਕੋਈ ਵੇਸ਼ ਭੂਸ਼ਾ ਨਹੀਂ ਹੈ,
ਜਾਂ ਕੋਈ ਖਾਸ ਕਿਸਮ ਦਾ ਨਿਯਮ ਨਹੀਂ ਹੈ, ਨਿਤਨੇਮ ਨਹੀਂ ਹੈ, ਖਾਸ ਕਿਸਮ ਦੀ ਕੋਈ ਮਤਲਬ ਅਰਚਨਾ ਪੂਜਾ ਨਹੀਂ ਹੈ। ਧਰਮ ਦਾ ਮਤਲਬ ਸਿੱਧਾ ਸਿੱਧਾ ਜਿਹੜਾ ਹੈਗਾ ਉਹ ਇਹ ਹੈ ਕਰਤੱਵ, ਡਿਊਟੀ ਤੁਹਾਡੀ ਕੀ ਹੈ ਦੂਸਰੇ ਦੇ ਪ੍ਰਤੀ। ਔਰ ਉਹਦੇ ਵਾਸਤੇ ਮੈਂ ਉਦਾਹਰਣ ਆਮ ਤੌਰ 'ਤੇ ਦਿੰਦਾ ਹੁੰਦਾ ਹੈ ਵੀ ਦੋ ਬੰਦੇ ਲੜ ਰਹੇ ਨੇ ਆਪਸ ਵਿੱਚ, ਤੀਸਰਾ ਬੰਦਾ ਚੁੱਪ ਕਰਕੇ ਦੇਖ ਰਿਹਾ ਹੈ, ਚੌਥਾ ਬੰਦਾ ਲਾਗੋਂ ਦੀ ਲੰਘਦਾ, ਉਹ ਉਸ ਬੰਦੇ ਨੂੰ ਕਹਿੰਦਾ ਯਾਰ ਕਮਾਲ ਦਾ ਬੰਦਾ, ਤੂੰ ਤੇਰਾ ਧਰਮ ਨਹੀਂ ਬਣਦਾ ਕਿ ਤੂੰ ਮਤਲਬ ਇਹਨਾਂ ਨੂੰ ਛੁਡਾਵੇਂ, ਇਹ ਲੜ ਕੇ ਲਹੂ ਲੁਹਾਨ ਹੋਈ ਜਾ ਰਹੇ ਨੇ। ਹੁਣ ਇੱਥੇ ਧਰਮ ਜਿਹੜਾ ਹੈ ਉਹ ਡਿਊਟੀ ਦੇ ਸੈਂਸ ਵਿੱਚ ਹੈ ਵੀ ਕੀ ਤੇਰੀ ਇਹ ਡਿਊਟੀ ਨਹੀਂ ਬਣਦੀ ਕਿ ਤੂੰ ਇਹਨਾਂ ਨੂੰ ਹਟਾਵੇਂ। ਔਰ ਇਸੇ ਹੀ ਸੰਦਰਭ ਵਿੱਚ ਧਰਮ, ਅਰਥ, ਕਾਮ, ਮੋਕਸ਼ ਜਿਹੜੇ ਚਾਰ ਪੁਰਸ਼ਾਰਥ ਨੇ, ਲੋਕ ਆਮ ਤੌਰ 'ਤੇ ਸਮਝ ਲੈਂਦੇ ਆ ਕਿ ਧਰਮ ਜਿਹੜਾ ਹੈ ਔਰ ਮੋਕਸ਼ ਜਿਹੜਾ ਹੈ ਉਹ ਲਗਭਗ ਇੱਕੋ ਹੀ ਗੱਲ ਹੈ, ਪਰਲੋਕ ਵਾਸਤੇ ਹੀ ਧਰਮ ਹੈ ਅਤੇ ਪਰਲੋਕ ਵਾਸਤੇ ਹੀ ਮੋਕਸ਼ ਹੈ। ਇੱਦਾਂ ਦੀ ਗੱਲ ਹੈ ਨਹੀਂ। ਜੇ ਇਹ ਇੱਕੋ ਹੀ ਮੀਨਿੰਗ ਦੇਣ ਵਾਲੇ ਦੋਵੇਂ ਲਫ਼ਜ਼ ਹੋਣ ਤਾਂ ਫਿਰ ਦੋ ਲਫ਼ਜ਼ਾਂ ਦੀ ਲੋੜ ਹੀ ਨਹੀਂ ਸੀ, ਲੇਕਿਨ ਦੋ ਲਫ਼ਜ਼ ਨੇ ਅਤੇ ਇਹਦਾ ਮਤਲਬ ਹੈ ਮੀਨਿੰਗ ਵੱਖ ਹੈ। ਧਰਮ ਜਿਹੜਾ ਹੈ ਉਹ ਤੁਹਾਡਾ ਲੌਕਿਕਤਾ ਦੇ ਵਿੱਚ ਤੁਸੀਂ ਕਿੱਦਾਂ ਆਪਣਾ ਵਿਹਾਰ ਕਰਦੇ ਜੇ, ਇਸ ਲੋਕ ਦੇ ਵਿੱਚ ਤੁਸੀਂ ਆਪਣਾ ਤੁਹਾਡਾ ਵਿਹਾਰ ਕੀ ਹੈ, ਤੁਹਾਡੀ ਡਿਊਟੀ ਤੁਸੀਂ ਆਪਣੀ ਕਿੱਦਾਂ ਨਿਭਾਉਂਦੇ ਜੇ, ਤੁਸੀਂ ਆਪਣੇ ਧਰਮ ਵਿੱਚ ਕਿੰਨੇ ਪੱਕੇ ਜੇ। ਇਹਦਾ ਮਤਲਬ ਇਹ ਹੈ ਵੀ ਤੁਸੀਂ ਆਪਣੀ ਡਿਊਟੀ ਦੇ ਪ੍ਰਤੀ ਕਿੰਨੇ ਪੱਕੇ ਜੇ, ਤੁਸੀਂ ਆਪਣੇ ਗੁਆਂਢੀ ਦੇ ਪ੍ਰਤੀ ਕਿੰਨੇ ਕੁ ਤੁਹਾਡੀ ਇੰਟੈਗਰਿਟੀ ਹੈ, ਤੁਸੀਂ ਆਪਣੇ ਘਰਦਿਆਂ ਦੇ ਪ੍ਰਤੀ ਕਿੰਨੀ ਕੁ ਤੁਹਾਡੀ ਇੰਟੈਗਰਿਟੀ ਹੈ। ਯਾਨੀ ਇਹ ਜਿਹੜੀ ਸੈਂਸ ਹੈ ਧਰਮ ਦੀ, ਇਹ ਸਾਨੂੰ ਇਸ ਸੰਸਾਰ ਦੇ ਵਿੱਚ ਅਸੀਂ ਕਿੱਦਾਂ ਸੁਖੀ ਹੋ ਕੇ ਰਹਿ ਸਕਦੇ ਹਾਂ ਇਹ ਦੱਸਦੀ ਹੈ। ਅਤੇ ਇਸ ਤੋਂ ਜਦੋਂ ਅਸੀਂ ਇੱਥੇ ਠੀਕ ਰਹਾਂਗੇ ਤਾਂ ਨਿਸ਼ਚਿਤ ਤੌਰ 'ਤੇ ਫਿਰ ਮੋਕਸ਼ ਜਿਹੜੀ ਹੈ ਦੈਟ ਇਜ਼ ਨਾਟ ਏ ਪ੍ਰੋਬਲਮ। ਜੇ ਅਸੀਂ ਇੱਥੇ ਹੀ ਠੀਕ ਨਹੀਂ ਹੈਗੇ ਤਾਂ ਹੀ ਉਹ ਪਹਿਲਾਂ ਧਰਮ ਖੰਡ ਰੱਖਿਆ ਗੁਰੂ ਸਾਹਿਬ ਨੇ, ਅਤੇ ਫਿਰ ਗਿਆਨ ਖੰਡ, ਕਿ ਬਈ ਧਰਮ ਨੂੰ ਪਹਿਲਾਂ ਸਮਝੋਗੇ ਕਿ ਰਾਤੀ ਰੁੱਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਧਰਮ ਦੀ ਕਮਾਈ ਕਰਨ ਦੀ, ਤਿਸ ਵਿੱਚ ਜੀ ਜੁਗਤ ਕੇ ਰੰਗ, ਅਨੇਕਾਂ ਹੀ ਰੰਗਾਂ ਦੇ, ਅਨੇਕਾਂ ਹੀ ਪ੍ਰਕਿਰਤੀਆਂ ਦੇ, ਅਨੇਕਾਂ ਹੀ ਤਰ੍ਹਾਂ ਦੇ ਜੀਵ ਇੱਥੇ ਹਨ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ ਸੱਚਾ। ਹੁਣ ਜਦੋਂ ਅਨੇਕਾਂ ਜੁਗਤੀਆਂ ਵਾਲੇ ਜੀਵ ਨੇ ਤੇ ਨਿਸ਼ਚਿਤ ਤੌਰ 'ਤੇ ਇੱਕ ਗੱਲ ਤਾਂ ਮੰਨਣੀ ਪਏਗੀ ਸਾਨੂੰ ਵੀ ਜੇ ਧਰਮ ਸਮਝਦੇ ਜੇ ਤਾਂ ਫਿਰ ਉਹਨਾਂ ਨੂੰ ਰਿਕੋਗਨਾਈਜ਼ ਕਰੋ, ਉਹਨਾਂ ਨੂੰ ਆਪਣੇ ਹਿਸਾਬ ਨਾਲ ਆਪਣੇ ਧਰਮ ਦਾ ਪਾਲਣ ਕਰਨ ਦਿਓ, ਆਪਣੀ ਜੀਵਨ ਜੁਗਤੀ ਦਾ ਪਾਲਣ ਕਰਨ ਦਿਓ। ਬਲਕਿ ਉਹਦੇ ਵਿੱਚ ਜੇ ਕੋਈ ਉਹ ਗੜਬੜ ਕਰਦੇ ਨੇ ਤਾਂ ਉਹਨਾਂ ਨੂੰ ਥੋੜ੍ਹਾ ਜਿਹਾ ਤੁਸੀਂ ਸਮਝਾ ਸਕਦੇ ਜੇ। ਤੋਂ ਪਹਿਲਾਂ ਜਦੋਂ ਇਹ ਸੈਂਸ ਆਫ ਰਿਸਪੋਂਸਿਬਿਲਿਟੀ ਸਾਡੇ ਵਿੱਚ ਆਏਗੀ ਆਪਣੇ ਪ੍ਰਤੀ ਅਤੇ ਦੂਜਿਆਂ ਦੇ ਪ੍ਰਤੀ, ਅਰਥਾਤ ਅਸੀਂ ਜੇ ਧਰਮ ਨੂੰ ਸਮਝਾਂਗੇ ਤਾਂ ਫਿਰ ਅਗਲੀ ਗੱਲ ਤੁਰਦੀ ਹੈ ਗਿਆਨ ਦੀ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਹੁਣ ਭਾਈ ਮੈਂ ਗਿਆਨ ਖੰਡ ਦੀ ਗੱਲ ਕਰਦਾ। केते पौण पाणी बैसंतर केते कान महेश केते बरमे काटत कड़िए रूप रंग के वेश केतिया कर्म भूमि मेर केते केते धूप देश केते इंद चंद सूर केते केते मंडल देश केते सिद्ध बुद्ध नाथ केते केते देवी वेश केते देव दानव मुन केते केते रतन समुंद केतिया खाणी केतिया बाणी केते पात नरिंद। ते अखीर कहते ने कि नानक सुरती सेवक तेरे नानक अंत ना अंत, ਇਹਦਾ कोई अंत ही नहीं है। ਹੁਣ ਇਹ ਜਿਹੜਾ ਹੈ ਸੈਂਸ, ਇਹ ਦਰਅਸਲ ਇਹ ਇੱਕ ਵਿਦਵਾਨ ਦਾ, ਯਾਨੀ ਇਸ ਵਿਦਵਾਨ ਨਹੀਂ ਇੱਦਾਂ ਮੰਨਦਾ, ਕਹਿੰਦਾ ਕਮਾਲ ਹੈ ਤੁਸੀਂ ਦੱਸੋ, ਮੈਂ ਤੁਹਾਨੂੰ ਦੱਸਦਾ ਵੀ 7 ਕਿਸਮ ਦੀਆਂ 10 ਕਿਸਮ ਦੀਆਂ ਹਵਾਵਾਂ ਹੁੰਦੀਆਂ ਨੇ, 4 ਕਿਸਮ ਦੀਆਂ ਖਾਣੀਆਂ ਹੁੰਦੀਆਂ ਨੇ, 4 ਕਿਸਮ ਦੀਆਂ ਬਾਣੀਆਂ। ਉਹਦੇ ਕੋਲ ਹਰ ਇੱਕ ਯਾਨੀ ਸਕਾਲਰ ਜਿਹੜਾ ਹੈ ਨਾ, ਪੰਡਿਤ ਜਿਹਨੂੰ ਅਸੀਂ ਕਹਿੰਦੇ ਹਾਂ, ਔਰ ਉਹ ਪਾਂਡੇ ਨੂੰ ਹੀ ਦਰਅਸਲ ਸੰਬੋਧਿਤ। ਸਾਡੇ ਕੋਲ ਪੂਰੀ ਬਾਣੀ ਵੀ ਹੈ ਓਂਕਾਰ, ਔਰ ਉਹਦੇ ਸਾਫ ਉਹ ਕਹਿੰਦੇ ਸੁਣ ਪਾਂਡੇ ਕਿਆ ਲਿਖੇ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਉਹਨਾਂ ਨੂੰ ਪਤਾ ਹੈ ਗੁਰੂ ਸਾਹਿਬ ਨੂੰ ਵੀ ਇਹ ਜਿਹੜੇ ਸਕਾਲਰਸ ਨੇ ਨਾ, ਸੋ ਕਾਲਡ ਸਕਾਲਰਸ, ਸਾਰੇ ਪੁਆੜੇ ਦੀ ਜੜ ਇਹੋ ਹੀ ਨੇ, ਇਹੋ ਹੀ ਝਗੜੇ ਫੈਲਾਉਂਦੇ ਨੇ, ਇਹੋ ਹੀ ਜਦੋਂ ਜੀ ਕਰਦਾ ਸਮੇਟ ਲੈਂਦੇ ਨੇ, ਇਹੋ ਹੀ ਜਦੋਂ ਜੀ ਕਰਦਾ ਟ੍ਰੀਟੀਜ਼ ਕਰ ਲੈਂਦੇ ਨੇ, ਸੰਧੀਆਂ ਕਰ ਲੈਂਦੇ ਨੇ। ਆਮ ਬੰਦਾ ਜਿਹੜਾ ਹੈ ਉਹ ਭੰਬਲ ਭੂਸੇ ਵਿੱਚ ਪਿਆ ਰਹਿੰਦਾ ਇਹਨਾਂ ਦੀ ਵਿਦਿਆ ਦੇ ਆਧਾਰ ਦੇ ਉੱਤੇ ਹੀ। ਤੋ ਸਕਾਲਰ ਕੋਲ ਤੇ ਜਵਾਬ ਹੈ ਹਰ ਚੀਜ਼ ਦਾ। ਔਰ ਜਿਵੇਂ ਵੀਸੀ ਸਾਹਿਬ ਨੇ ਕਿਹਾ ਵੀ ਭਗਤੀ ਜਦੋਂ ਤੱਕ ਇਹਦੇ 'ਚ ਐਡ ਨਹੀਂ ਨਾ ਹੁੰਦੀ,
ਭਗਤ ਕੋਲ ਜਿਗਿਆਸਾ ਹੀ ਜਿਗਿਆਸਾ ਹੈ, ਉਹਦੇ ਕੋਲ ਜਵਾਬ ਹੈ ਨਹੀਂ, ਉਹ ਜਵਾਬ ਦੇ ਵਾਸਤੇ ਚਿੰਤਿਤ ਨਹੀਂ ਹੈਗਾ। ਉਹਦੀ ਜਿਹੜੀ ਸੈਂਸ ਆਫ ਡਿਵੋਸ਼ਨ ਹੈ, ਸੈਂਸ ਆਫ ਸਰੈਂਡਰ ਹੈ। ਭਗਤੀ ਦਾ ਕੀ ਹੈ? ਤਾਂ ਪਤਾ ਤੁਸੀਂ ਸਰੈਂਡਰ ਕਰ ਰਹੇ ਆਪਣੇ ਆਪ ਨੂੰ ਪਰਮਾਤਮਾ ਦੇ ਸਾਹਮਣੇ। ਉਹ ਉਸ ਨੂੰ ਮਤਲਬ ਇੱਕ ਅਜੀਬ ਕਿਸਮ ਦੀ ਮਾਨਸਿਕਤਾ ਜਿਹੜੀ ਹੈ ਉਹ ਦਿੰਦਾ ਹੈ, ਅਤੇ ਉਹਦੇ ਕੋਲ ਜਵਾਬ ਕੋਈ ਨਹੀਂ ਹੁੰਦਾ। ਜਵਾਬ ਪੰਡਤ ਕੋਲ ਹੁੰਦੇ ਆ, ਉਹਦੇ ਕੋਲ ਤਾਂ ਜਿਗਿਆਸਾ ਹੀ ਸਵਾਲ ਨੇ, ਔਰ ਉਹ ਸਵਾਲ ਹੀ ਕਰੀ ਜਾ ਰਿਹਾ ਵੀ ਕਿੰਨੀਆਂ ਖਾਣੀਆਂ ਨੇ, ਕਿੰਨੀਆਂ ਬਾਣੀਆਂ ਨੇ, ਕਿੰਨੇ ਪਾਤਸ਼ਾਹ ਹੋਏ, ਕਿੰਨੇ ਬੁੱਧ ਹੋਏ, ਕਿੰਨੇ ਸਿੱਧ ਹੋਏ, ਕਿੰਨੀਆਂ ਦੇਵੀਆਂ, ਕਿੰਨੇ ਦੇਵੀ ਦੇ ਵੇਸ਼, ਪਤਾ ਹੀ ਨਹੀਂ ਲੱਗਦਾ ਕੁਛ। ਔਰ ਉਸ ਅਵਸਥਾ ਦੇ ਵਿੱਚ ਜਿਹੜੀ, ਜਿਵੇਂ ਕਿ ਵੀਜੀ ਸਾਹਿਬ ਨੇ ਵੀ ਇਸ਼ਾਰਾ ਕੀਤਾ ਕਿ ਫਿਰ ਜਿਹੜੀ ਇੱਕ ਅੰਦਰ ਜਿਹੜਾ ਵਰਤਾਰਾ ਵਰਤਦਾ ਹੈ ਨਾ, ਉਹ ਬੜਾ ਅਜੀਬ ਹੈ। ਉਹ ਇਹ ਹੈ ਕਿ ਯਾਰ ਜਦੋਂ ਇੰਨਾ ਅਨੰਤਤਾ ਮੇਰੇ ਚਾਰਜ, ਫਿਰ ਇਨਫਿਨਿਟੀ ਛਾਈ ਹੋਈ ਪਈ ਹੈ, ਔਰ ਉਹ ਪਰਮਾਤਮਾ ਉਹਦਾ ਸਿਰਜਣਹਾਰ ਹੈ, ਅਤੇ ਫਿਰ ਮੈਂ ਇਹ ਸਾਰੇ ਦੇ ਵਿੱਚ ਕੀ ਹਾਂ? ਆਈ ਐਮ ਟੂ ਸਮਾਲ ਏ ਪਰਸਨ। ਮੈਨੂੰ ਯਾਦ ਆ ਗਈ ਇੱਕ ਛੋਟਾ ਜਿਹਾ ਐਨਕਡੋਟ ਹੈ। ਸੋਕਰੇਟੀਸ ਬੈਠਾ ਹੈ ਅਤੇ ਇੱਕ ਪਿੰਡ ਦੇ ਬੰਦੇ ਨਾਲ ਗੱਲ ਕਰ ਰਿਹਾ ਹੈ। ਸੁਕਰਾਤ ਮਹਾਤਮਾ ਜਿਹੜਾ, ਔਰ ਉਹ ਮਹਾਤਮਾ ਹੈ ਜਿਹਦੇ ਬਾਰੇ ਮਸ਼ਹੂਰ ਹੈ ਕਿ ਐਟ ਦੀ ਏਜ ਆਫ 70 ਸੋਕਰੇਟੀਸ ਕੇਮ ਟੂ ਨੋ ਦੈਟ ਹੀ ਨਿਊ ਨਥਿੰਗ। 70 ਸਾਲ ਦੀ ਉਮਰ ਦੇ ਵਿੱਚ ਵੀ ਉਸ ਬੰਦੇ ਨੂੰ ਇਹ ਹੋਈ ਸੀ ਵੀ ਮੈਨੂੰ ਤਾਂ ਕੱਖ ਪਤਾ ਹੀ ਨਹੀਂ, ਜਦ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਉਹਦਾ ਚੇਲਾ ਪਲੈਟੋ ਸੀ, ਫਿਰ ਅਰਸਤੂ ਸੀ, ਔਰ ਐਸਾ ਉਹਨਾਂ ਨੇ ਦੁਨੀਆ ਨੂੰ ਫਲਸਫਾ ਦਿੱਤਾ ਜਿਹਦਾ ਹੱਦ ਸਾਹਿਬ ਕੋਈ ਨਹੀਂ। ਉਹ ਸੁਕਰਾਤ ਇੱਕ ਪਿੰਡ ਦੇ ਬੰਦੇ ਨਾਲ ਗੱਲ ਕਰ ਰਿਹਾ। ਸ਼ਹਿਰ ਦਾ ਮੇਅਰ ਆਉਂਦਾ ਹੈ, ਦਰਵਾਜ਼ੇ 'ਤੇ ਖਲੋਤਾ ਹੈ, ਅਤੇ ਉਹ ਖਲੋ ਰਿਹਾ ਹੈ, ਅਤੇ ਇਹ ਉਹਦੇ ਵੱਲ ਬਹੁਤਾ ਧਿਆਨ ਨਹੀਂ ਦੇ ਰਿਹਾ, ਉਹਦੇ ਨਾਲ ਗੱਲਬਾਤ ਕਰੀ ਜਾ ਰਿਹਾ। ਉਹ ਕਹਿੰਦਾ ਮੈਂ ਸ਼ਹਿਰ ਦਾ ਮੇਅਰ ਹਾਂ, ਮੈਂ ਤੁਹਾਨੂੰ ਮਿਲਣਾ ਆ, ਕਮਾਲ ਹੈ ਤੁਸੀਂ ਮੇਰੇ ਵੱਲ ਧਿਆਨ ਹੀ ਨਹੀਂ ਦੇ ਰਹੇ। ਉਹ ਕਹਿੰਦੇ ਰੁਕ ਜਾਓ ਥੋੜ੍ਹਾ ਜਿਹਾ, ਕੋਈ ਗੱਲ ਨਹੀਂ, ਮਿਲਦੇ ਹਾਂ। ਉਹ ਫਿਰ ਉਹਦੇ ਨਾਲ ਗੱਲਬਾਤ, ਪਿੰਡ ਦੇ ਬੰਦੇ ਨਾਲ ਗੱਲਬਾਤ, ਆਮ ਸਧਾਰਨ ਬੰਦੇ ਨਾਲ ਗੱਲਬਾਤ ਕਰੀ ਜਾ ਰਿਹਾ ਹੈ। ਉਹ ਜਿਹੜਾ ਵੱਡਾ ਬੰਦਾ ਹੁੰਦਾ ਨਾ ਇਸ ਤਰ੍ਹਾਂ ਦਾ ਖੋਖਲਾ, ਉਹਦੇ ਅੰਦਰ ਰੈਸਟਲੈਸਨੈਸ ਬਹੁਤ ਹੁੰਦੀ ਹੈ, ਉਹ ਵੇਟ ਨਹੀਂ ਕਰ ਸਕਦਾ। ਉਹ ਫਿਰ ਕਹਿੰਦਾ ਕਮਾਲ ਹੈ ਸੋਕਰੇਟੀਸ, ਮੈਂ ਭਾਈ ਇਸ ਸ਼ਹਿਰ ਦਾ ਮਾਲਕ ਹਾਂ, ਮੇਅਰ ਹਾਂ, ਐਡਾ ਵੱਡਾ ਮੇਰੀ ਅਹੁਦਾ ਹੈ, ਅਤੇ ਤੂੰ ਮਤਲਬ ਮੇਰੇ ਵੱਲ ਧਿਆਨ ਹੀ ਨਹੀਂ ਦੇ ਰਿਹਾ। ਕਹਿੰਦਾ ਅੱਛਾ ਜੀ ਤੁਸੀਂ ਬਹੁਤ ਵੱਡੇ ਜੇ, ਚਲੋ ਫਿਰ ਇਹਨੂੰ ਮੈਂ ਬੰਦ ਕਰ ਦੇਣਾ, ਆਓ ਆਪਾਂ ਬੈਠ ਕੇ ਥੋੜ੍ਹੀ ਜਿਹੀ ਗੱਲ ਕਰ ਹੀ ਲਈਏ। ਸੁਕਰਾਤ ਜਿਹੜਾ ਸੀਗਾ ਉਹ ਜਾ ਕੇ ਨਕਸ਼ਾ ਇੱਕ ਚੁੱਕ ਲਿਆਇਆ ਅੰਦਰੋਂ ਵਰਲਡ ਦਾ। ਉਹਨੂੰ ਕਹਿੰਦਾ ਜੀ ਇਹ ਜਰਾ ਦੱਸਿਓ ਵੀ ਆਪਣਾ ਇਹ ਜਿਹੜਾ ਯੂਨਾਨ ਹੈ ਕਿੱਥੇ ਕਿੱਥੇ ਦਾ? ਕਹਿੰਦਾ ਬਸ ਛੋਟਾ ਜਿਹਾ ਘੇਰਾ ਜਿਹੜਾ ਇਹ ਯੂਨਾਨ ਹੈ। ਕਹਿੰਦਾ ਜਿਹਦੇ 'ਤੇ ਆਪਾਂ ਬੈਠੇ ਹਾਂ ਏਥਨਸ ਰਾਜਧਾਨੀ 'ਚ ਆ, ਇਹ ਕਿੱਥੇ ਹੈ? ਕਹਿੰਦਾ ਇਹ ਇੱਕ ਸਪੌਟ ਹੈ, ਇਹ ਬਿੰਦੀ ਹੈ ਨਾ ਜਿਹੜੀ, ਇਹ ਏਥਨਸ। ਕਹਿੰਦਾ ਜੀ ਇਹਦੇ ਵਿੱਚ ਤੁਹਾਡੇ ਫਿਰ ਰੱਥ, ਹਾਥੀ, ਘੋੜੇ, ਵਡੱਪਣ ਦਾ ਜਿਹੜਾ ਤੁਹਾਡਾ ਸਾਜੋ ਸਮਾਨ ਹੈ ਉਹ ਕਿੱਥੇ ਹੈ? ਕਹਿੰਦਾ ਕੀ ਗੱਲਾਂ ਕਰ ਰਹੇ ਹੋ ਮੂਰਖਾਂ ਵਾਲੀਆਂ, ਕਮਾਲ ਹੈ। ਮੈਂ ਇੱਦਾਂ ਮਤਲਬ ਇਹਦੇ ਵਿੱਚ ਮੇਰਾ, ਜਦੋਂ ਸਾਰੀ ਦੁਨੀਆ ਦੇ ਸੰਦਰਭ ਵਿੱਚ ਹੀ ਸਾਡਾ ਸ਼ਹਿਰ ਇੱਕ ਪੁਆਇੰਟ ਹੈ, ਬਿੰਦੀ ਹੈ ਇੱਕ, ਅਤੇ ਇਹਦੇ ਵਿੱਚ ਮੇਰਾ ਮਤਲਬ ਹੈ ਸਭ ਕੁਝ ਹੋਣਾ ਕਿ ਕਿੱਦਾਂ ਸੰਭਵ? ਮੈਂ ਕਿਹਾ, ਉਹ ਕਹਿੰਦਾ ਜੀ ਮੈਂ ਤਾਂ ਸਮਝਦਾ ਇਸ ਗੱਲ ਨੂੰ, ਪਰ ਤੁਸੀਂ ਕਹਿ ਰਹੇ ਸੀ ਵੀ ਮੈਂ ਐਡਾ ਵੱਡਾ ਆਦਮੀ ਹਾਂ, ਮੈਂ ਇੰਨਾ ਵੱਡਾ ਮਹਾਨ ਵਿਅਕਤੀ ਹਾਂ, ਅਤੇ ਮੈਂ ਸੋਚਿਆ ਵੀ ਸ਼ਾਇਦ ਤੁਹਾਡੇ ਵਾਸਤੇ ਕੋਈ ਵੱਖਰਾ ਅਰੇਂਜਮੈਂਟ ਹੋਵੇ ਇਹਦੇ ਵਿੱਚ। ਉਹ ਵਿਚਾਰਾ ਬੜਾ ਸ਼ਰਮਿੰਦਾ ਹੋਇਆ, ਕਹਿੰਦਾ ਮਾਫ਼ ਕਰਨਾ, ਮੈਂ ਤਾਂ ਇੱਦਾਂ ਕਦੀ ਸੋਚਿਆ ਵੀ ਨਹੀਂ ਸੀ, ਔਰ ਮੈਨੂੰ ਬੜਾ ਅਫਸੋਸ ਹੈ, ਅਤੇ ਮੈਂ ਹੁਣ ਚੱਲਦਾ। ਉਹ ਜਦੋਂ ਜਾਣ ਲੱਗਾ ਨਾ, ਅਤੇ ਜਾਣਦੇ ਹੋਏ ਨੂੰ ਆਵਾਜ਼ ਮਾਰੀ ਉਹਨਾਂ ਨੇ ਫਿਰ ਪਿੱਛੋਂ, ਬਈ ਜਰਾ ਇੱਕ ਮਿੰਟ ਗੱਲ ਸੁਣ ਕੇ ਜਾਵੀਂ। ਉਹ ਕਹਿੰਦਾ ਜੀ ਕੀ ਗੱਲ ਹੁਣ? ਕਹਿੰਦਾ ਵੱਡੇ ਆਦਮੀਆਂ ਨੂੰ ਆਪਣੇ ਵਡੱਪਣ ਦੇ ਦੌਰੇ ਬਹੁਤ ਪੈਂਦੇ ਨੇ ਬਾਰ-ਬਾਰ, ਤੂੰ ਇੱਦਾਂ ਕਰੀ ਜਦੋਂ ਤੈਨੂੰ ਦੁਬਾਰਾ ਦੌਰਾ ਪਵੇ ਤਾਂ ਇਹ ਨਕਸ਼ਾ ਲੈ ਜਾ, ਇਹਨੂੰ ਵੇਖ ਲਿਆ ਕਰੀ। ਤੋ ਭਗਤੀ ਦੀ ਗੱਲ ਵਾਕਈ ਹੀ ਜਦੋਂ ਤੱਕ ਵਿੱਚ ਮਿਕਸ ਨਹੀਂ ਹੁੰਦੀ, ਡਿਵੋਸ਼ਨ ਔਰ ਸਮਰਪਣ ਜਿਹੜਾ ਹੈ ਜਦੋਂ ਤੱਕ ਉਹ ਨਹੀਂ ਵਿੱਚ ਆਉਂਦਾ, ਗਿਆਨ ਨੌਲੇਜ ਜਿਹੜੀ ਡਰਾਈ ਨੌਲੇਜ ਜਿਹੜੀ ਹੈ ਉਹ ਬਿਲਕੁਲ ਕਿਸੇ ਕੰਮ ਦੀ ਨਹੀਂ। ਤੋ ਸਿੱਖ ਧਰਮ ਦੇ ਵਿੱਚ ਜਿਹੜੀ ਐਪਿਸਟੀਮੋਲੋਜੀ ਹੈ ਸਿੱਖੀਜ਼ਮ ਦੀ, ਉਹ ਇਹੋ ਹੀ ਹੈ ਕਿ ਦਰਅਸਲ ਅਸੀਂ ਸਮਰਪਣ ਕਰਨਾ ਹੈ, ਅਤੇ ਤਾਂ ਸਾਨੂੰ ਗਿਆਨ ਦੀ ਪ੍ਰਾਪਤੀ ਵੱਲ ਅਸੀਂ ਵੱਧਦੇ ਹਾਂ। ਔਰ
ਜਦੋਂ ਅਸੀਂ ਫਿਰ ਉਸ ਪਾਸੇ ਵੱਲ ਵਧਦੇ ਹਾਂ ਤੇ ਬੜਾ ਅੱਛਾ ਸਵਈਆ ਗੁਰੂ ਗੋਬਿੰਦ ਸਿੰਘ ਜੀ ਦਾ ਸੁਣਾਇਆ ਸੀ ਕਿ ਗਿਆਨ ਹੈ ਕਿ ਵੱਢਣੀ ਮਨੋ ਹਾਥ ਲੈ ਕਾਤਰਤਾ, ਕਾਤਰਤਾ ਹੈਲਪਲੈਸਨੈਸ ਦਾ ਕੂੜਾ ਜਿਹੜਾ ਸਾਡੇ ਅੰਦਰ ਹਮੇਸ਼ਾ ਹੀ ਫਸਿਆ ਰਹਿੰਦਾ ਹੈ, ਬਣਿਆ ਰਹਿੰਦਾ ਹੈ, ਉਸ ਕੂੜੇ ਨੂੰ ਮਤਲਬ ਇਹ ਝਾੜੂ ਜਿਹੜੀ ਹੈ, ਗਿਆਨ ਦੀ ਝਾੜੂ ਜਿਹੜੀ ਹੈ, ਉਹ ਦਰਅਸਲ ਬਾਹਰ ਜਿਹੜੀ ਹੈ ਬੁਹਾਰ ਕੇ ਕੱਢ ਦਿੰਦੀ ਹੈ ਤੇ ਬੰਦਾ ਜਿਹੜਾ ਹੈ ਉਹ ਨਵਾਂ ਨਰੋਇਆ ਹੋ ਜਾਂਦਾ ਹੈ। ਤੋ ਸਿੱਖ ਧਰਮ ਦੇ ਵਿੱਚ ਜਿਹੜਾ ਗਿਆਨ ਦਾ ਸਰੂਪ ਹੈ ਉਹ ਦਰਅਸਲ ਬੜਾ ਐਕਟੀਵਿਟੀ ਦੇ ਨਾਲ ਸੰਬੰਧਿਤ ਹੈ। ਗਿਆਨ ਦਾ ਮਤਲਬ ਸੰਨਿਆਸ ਲੈ ਲੈਣਾ ਨਹੀਂ ਹੈ, ਬਿਲਕੁਲ ਸਿੱਖ ਧਰਮ 'ਚ ਨਹੀਂ ਹੈ। ਜਦ ਕਿ ਦੇਖੋ ਵਿਦ ਡਿਊ ਅਪੋਲੋਜੀ ਕਿ ਸਾਡੇ ਪੁਰਾਣੇ ਰਿਸ਼ੀਆਂ ਨੇ, ਸਾਡੇ ਪੁਰਾਣੇ ਵੱਡੇ ਬੰਦਿਆਂ ਨੇ ਸੰਨਿਆਸੀਆਂ ਦੀਆਂ ਡਾਰਾਂ ਤੋਂ ਸਿਵਾਏ ਦੇਣ ਤੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਬਹੁਤ ਵੱਡਾ ਕੰਟਰੀਬਿਊਸ਼ਨ ਉਹ ਪਾ ਸਕੇ ਹੋਣ। ਲੋਕ ਕਰਮ ਕਰਨਾ ਹੀ ਛੱਡ ਗਏ। ਔਰ ਮੈਂ ਸਮਝਦਾ ਹੈ ਕਿ ਗੀਤਾ ਜਿਹੜੀ ਹੈ, ਜਿਹਦੀ ਕਿ ਪ੍ਰਸਥਾਨ 23 ਦੇ ਵਿੱਚ ਵੀ ਮਤਲਬ ਉਹਦੀ ਗਿਣਤੀ ਹੈ, ਉਹਦੇ ਵਿੱਚ ਦਰਅਸਲ ਤੁਸੀਂ ਦੇਖੋ ਵੀ ਐਡਾ ਵੱਡਾ ਕਰਮ ਕਰਨ ਵਾਲਾ ਅਰਜੁਨ ਜਿਹੜਾ ਹੈ ਉਹ ਮਤਲਬ ਨਿਰਾਸ਼ ਹੋਇਆ ਬੈਠਾ ਇੱਕਦਮ, ਤੇ ਉਹਨੂੰ ਉਹ ਕਹਿ ਰਹੇ ਨੇ ਕਰਮ ਦੇ ਵਿੱਚ ਪ੍ਰਵਿਰਤ ਹੋ ਤੂੰ, ਔਰ ਫਿਰ ਲਾਲਚ ਦਿੱਤਾ ਜਾ ਰਿਹਾ ਵੀ ਤੂੰ ਕਰਮ ਕਰ ਯਾਰ, ਕਰਮ ਨਾ ਛੱਡ ਤੂੰ, ਇਹ ਤੇ ਸਭ ਮਰੇ ਪਏ ਨੇ ਪਹਿਲਾਂ ਹੀ। ਉਹਨੂੰ ਕਿਹਾ ਜਾ ਰਿਹਾ ਹਤੋ ਵਾ ਪ੍ਰਾਪਯਸੀ ਸਵਰਗੇ ਜਿਤਵਾ ਵਾ ਭੋਗਸ਼ਸੇ ਮਹੀਮ ਤਸਮਾਤ ਉਤਿਸ਼ਟ ਕੌਨਤੇ ਯੁੱਧਾਏ ਕਰਤ ਨਿਸ਼ਚੈ, ਨਿਸ਼ਚੇ ਨਾਲ ਯੁੱਧ ਕਰ ਤੇ ਜਿੱਤ ਪ੍ਰਾਪਤ ਕਰ। ਜੇ ਤੂੰ ਮਰ ਗਿਆ ਹਤੋ ਵਾ ਪ੍ਰਾਪਯਸੀ ਤੇ ਤੂੰ ਸਵਰਗ ਮਿਲੇਗਾ, ਜੇ ਤੂੰ ਜਿੱਤ ਲਿਆ, ਜੇ ਤੂੰ ਜਿੱਤ ਗਿਆ ਤੇ ਤੂੰ ਸਾਰੀ ਧਰਤੀ ਦਾ ਮਾਲਕ ਹੋਏਗਾ, ਤੇ ਤੈਨੂੰ ਤਾਂ ਦੋਵੇਂ ਪਾਸੇ ਹੀ ਫਾਇਦਾ ਹੈ। ਮੇਰਾ ਮਤਲਬ ਇਹ ਗੀਤਾ ਦਰਅਸਲ ਉਸ ਸਮੇਂ ਉਹਨਾਂ ਲੋਕਾਂ ਨੇ ਦੇ ਵਿੱਚ ਇੱਕ ਜੋਸ਼ ਭਰਨ ਵਾਸਤੇ ਜੀਵਨ ਦੇ ਪ੍ਰਤੀ, ਜਿਹੜੇ ਪਿਛਲੇ ਹਜ਼ਾਰਾਂ ਸਾਲਾਂ ਤੋਂ ਸਾਰੇ ਉਸ ਉਪਨਿਸ਼ਦ ਪੀਰੀਅਡ ਦੇ ਵਿੱਚ ਔਰ ਸਾਰੇ ਹੋਰ ਜਿਹੜੇ ਸ਼ਾਸਤਰਾਰਥਾਂ ਦੇ ਪੀਰੀਅਡ ਸੀ ਉਹਨਾਂ ਦੇ ਵਿੱਚ ਜਿਹੜੀ ਅੰਦਰ ਨਿਸ਼ਕ੍ਰਿਯਤਾ ਆ ਗਈ ਸੀ, ਐਕਟੀਵਿਟੀ ਆ ਗਈ। ਐਕਟੀਵਿਟੀ ਇਸ ਤਰ੍ਹਾਂ ਦੀ ਸੀਗੀ ਕਿ ਬਈ ਅਸੀਂ ਕੁਝ ਕਰਨਾ ਹੀ ਨਹੀਂ, ਸੰਨਿਆਸ ਹੀ ਲੈਣਾ, ਠੀਕ ਹੈ। ਉੱਥੋਂ ਫਿਰ ਅੱਗੇ ਚੱਲਦੀ ਹੈ ਗੱਲ, ਤੇ ਤੁਸੀਂ ਫਿਰ ਦੇਖਦੇ ਜੇ ਵੀ ਗੁਰੂ ਸਾਹਿਬਾਨ ਤੱਕ ਪਹੁੰਚਦੇ ਇਸ ਗਿਆਨ ਨੂੰ ਕਿਸ ਤਰੀਕੇ ਦੇ ਨਾਲ ਯੂਜ਼ ਕਰਨ ਦੀ ਗੱਲ ਹੋਈ ਹੈ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਮੈਂ ਬੜਾ ਹੈਰਾਨ ਹੁੰਦਾ ਹੈ ਵੀ ਗੁਰੂ ਨਾਨਕ ਦੇ ਐਡਵੈਂਟ ਦੇ ਨਾਲ ਮੈਨੂੰ ਕਦੀ ਕਦੀ ਪੁੱਛਦੇ ਹੁੰਦੇ ਨੇ ਕਈ ਲੋਕ ਕਿ ਭਈ ਇਹ ਜੋ ਕੁਛ ਹੈ ਤੁਹਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਜਾਂ ਇਹ ਸਾਰੇ ਕੁਛ ਵਿੱਚ, ਇਹ ਤਾਂ ਸਾਰਾ ਕੁਛ ਉਪਨਿਸ਼ਦਾਂ ਦੇ ਵਿੱਚ ਵੀ ਹੈ, ਸਾਰੇ ਗ੍ਰੰਥਾਂ ਦੇ ਵਿੱਚ ਵੀ ਹੈ, ਤੇ ਕੋਈ ਬਹੁਤ ਐਡੀ ਵੱਡੀ ਗੱਲ ਨਹੀਂ ਹੈ। ਮੇਰੀ ਇੱਕ ਬੜੀ ਸਨਿਮਰ ਬੇਨਤੀ ਉਹਨਾਂ ਨੂੰ ਹੁੰਦੀ ਹੈ ਵੀ ਬਿਲਕੁਲ ਠੀਕ ਹੈ, ਮੈਂ ਮੰਨਦਾ ਇਸ ਗੱਲ ਨੂੰ, ਲੇਕਿਨ ਮੈਨੂੰ ਇੱਕ ਗੱਲ ਸਮਝਾ ਦਿਓ ਵੀ ਜੇ ਸਭ ਕੁਝ ਹੀ ਹੈ ਸੀ ਪਹਿਲਾਂ, ਤਾਂ ਫਿਰ ਉਹ ਕ੍ਰਾਂਤੀ ਕਿਉਂ ਨਹੀਂ ਹੋ ਸਕੀ, ਉਹ ਰੈਵੋਲੂਸ਼ਨ ਕਿਉਂ ਨਹੀਂ ਪੈਦਾ ਹੋ ਸਕਿਆ ਜਿਹੜਾ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਾਈਫ ਦੇ ਇਸ ਦੌਰਾਨ ਐਸਾ ਪੈਦਾ ਹੋਇਆ ਕਿ ਇਸ ਨੇ ਇਸ ਦੇਸ਼ ਦਾ ਇੱਕਦਮ ਮੂੰਹ ਮੁਹਾਂਦਰਾ ਹੀ ਜਿਹੜਾ ਸੀ ਬਦਲ ਕੇ ਰੱਖਦਾ। ਤੁਸੀਂ ਕਦੀ ਸੋਚ ਨਹੀਂ ਸਕਦੇ ਕਿ ਸਾਰੇ ਸੰਸਾਰ 'ਤੇ ਅਜਿੱਤ ਫੌਜ ਸੀ ਜਿਹੜੀ ਇਸਲਾਮ ਦੀ, ਜਿਨਨੇ ਸਪੇਨ ਤੱਕ ਉਧਰ ਯੂਰਪ ਜਿੱਤ ਲਿਆ, ਇੱਧਰ ਸਾਰਾ ਕੁਝ ਜਿੱਤ ਕੇ ਤੇ ਹਿੰਦੁਸਤਾਨ ਵੱਲ ਮੂੰਹ ਕੀਤਾ ਸੀ। ਉਸ ਫੌਜ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਇੱਕ ਸਿੱਖ ਜਿਹੜਾ ਹੈ ਬੰਦਾ ਸਿੰਘ, ਉਹ ਟੱਕਰ ਲੈ ਰਿਹਾ, ਔਰ ਉਹਨੇ ਜੋ ਹਾਲ ਕੀਤਾ ਉਹਦਾ ਤੁਸੀਂ ਸਾਰੇ ਜਾਣਦੇ। ਤਾਂ ਇਹ ਰੈਵੋਲੂਸ਼ਨ ਪਹਿਲਾਂ ਕਿਉਂ ਨਹੀਂ ਫਿਰ ਹੋ ਸਕਿਆ, ਮੈਨੂੰ ਤਾਂ ਕੋਈ ਅਜੇ ਤੱਕ ਨਹੀਂ ਸਮਝਾ ਪਾਇਆ। ਤਾਂ ਇਹ ਉਹ ਗਿਆਨ, ਉਹ ਐਪਿਸਟੀਮੋਲੋਜੀ ਦਿੱਤੀ ਸੀ ਗੁਰੂ ਸਾਹਿਬ ਨੇ ਵੀ ਇਹ ਗਿਆਨ ਸਿਰਫ ਆਪਣਾ ਸਿਰਫ ਮਾਨਸਿਕਤਾ ਦਾ ਸ਼ਿੰਗਾਰ ਨਹੀਂ ਹੋਣਾ ਚਾਹੀਦਾ, ਬਲਕਿ ਇਸ ਤੋਂ ਜੀਵਨ ਨੂੰ ਉੱਚਾ ਤੇ ਸੁੱਚਾ ਚੁੱਕਣ ਦੀ ਜਿਹੜੀ ਸਾਨੂੰ ਸਿੱਖਿਆ ਹੈ ਉਹ ਸਾਨੂੰ ਮਿਲਣੀ ਚਾਹੀਦੀ ਹੈ। ਔਰ ਮੇਰੇ ਹਿਸਾਬ ਨਾਲ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਵੀ ਉਧਰ 4 ਨੇ ਮਤਲਬ ਵੈਲਿਡ ਸੋਰਸਿਸ ਆਫ ਨੌਲੇਜ। ਮੈਂ ਇਹ ਮੰਨਦਾ ਕਿ ਸਿੱਖੀ ਦਾ ਜਿਹੜਾ ਪਹਿਲਾ ਵੈਲਿਡ ਸੋਰਸ ਹੈ ਨੌਲੇਜ ਦਾ, ਉਹ ਵਿਸਮਾਦ ਹੈ। ਵਿਸਮਾਦ ਹੈ। ਤੁਸੀਂ ਇਹ ਦੇਖੋ ਇਹ ਗਿਆਨ ਖੰਡ ਦੇ ਵਿੱਚ ਕਿੱਦਾਂ ਵਿਸਮਾਦ ਕ੍ਰੀਏਟ ਕੀਤਾ ਜਾ ਰਿਹਾ ਹੈ, ਕਿਤੇ ਪਤਾ ਹੀ ਨਹੀਂ ਲੱਗ ਰਿਹਾ। ਇਹੋ ਹੀ ਵਿਸਮਾਦ 27ਵੀਂ ਪੌੜੀ ਦੇ ਵਿੱਚ ਵੀ ਹੈ। ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ।
केते तेरे राग परी स्यो कहियन, केते तेरे गावण हारे, गावन तोनों पौण पानी बैसंदर गावे राजा। तुसीं देखो किस तरह विस्माद क्रिएट किया जा रहा, और इस विस्माद में पहुंचा होया व्यक्ति ही दरअसल ये महसूस करता है भी यार उस परमात्मा की कुदरत, उस परमात्मा की सृष्टि और वो परमात्मा तो कमाल है, मैं ये सामने की चीज़, आई एम टू स्मॉल ए परसन। और वाकई गल जिदा वीसी साहब ने दसी भी फिर साड़ी अंदरों हौमे खुरनी शुरू होंदी है, तो जो हौमे खुरनी शुरू हो गई समझ लो असी ज्ञान खंड वाल वध रहे हैं, असी फिर ज्ञान दे विच प्रवेश कर रहे हैं, तां असी अपने आप को ज्ञानवान कहलवा सकते हाँ। अदरवाइज जग ज्ञानी बिरला विचारी, गुरु साहब ने भी कहा है भी ज्ञानवान तो बड़े ने, विचार करने वाला जड़ा है वो कोई कोई होंदा है। जग पंडित बिरला आचारी, कुछ इस तरह की भी है पंक्ति कि आचरण करने वाला तो फिर होर ही मुश्किल है। सच नूं समझना तो फिर सच के उत्ते आचरण करना, सच्चों उरे सब को ऊपर सच आचार की गल जिहड़ी है वो जदों आउंदी है मन दे विच, ते दरअसल ज्ञान जिहड़ा है वो साडे अंदर प्रस्फुटित हुंदा है, तो असी अपना भी कल्याण करते हाँ तो दूसरों के भी कल्याण करन दे असी समर्थ होने हाँ। मैं समझदा हाँ कि समा बहुत हो चुका है और मैं इसे दे नाल ही खिमा दा याचक हाँ। वाहिगुरू जी का खालसा।